ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਮੈਂ ਜੀ ਮੁਹੰਮਦ ਸਰਫਰਾਜ਼ ਇੱਕ ਦਫਾ ਫਿਰ ਦੋਸਤਾਂ ਦੀ ਖਿਦਮਤ ਦੇ ਵਿੱਚ ਹਾਜ਼ਰ ਹਾਂ ਜੀ। ਅੱਜ ਜਾਨਵਰਾਂ ਨੂੰ ਵੈਕਸੀਨ ਕਰਨ ਵਾਸਤੇ ਮਹਿਕਮਾ ਲਾਈਵ ਸਟਾਕ ਵਾਲੇ ਆਏ ਸੀਗੇ ਤੇ ਡਾਕਟਰ ਇਸ਼ਫਾਕ ਚੀਮਾ ਸਾਹਿਬ ਇਹਨਾਂ ਦੀ ਮਿਹਰਬਾਨੀ ਜੀ। ਮੈਂ ਕਿਹਾ ਇਹਨਾਂ ਕੋਲੋਂ ਕੁਝ ਚਾਰ ਗੱਲਾਂ ਪੁੱਛ ਲਈਏ ਕੰਮ ਦੀਆਂ। ਡਾਕਟਰ ਸਾਹਿਬ ਸਲਾਮ ਅਲੈਕਮ ਜੀ। ਵਾਲੇਕੁਮ। ਡਾਕਟਰ ਸਾਹਿਬ ਪਹਿਲਾਂ ਤਾਂ ਇਹ ਫਰਮਾਓ, ਅੱਜ ਜਿਹੜੀ ਵੈਕਸੀਨ ਕਰ ਰਹੇ ਹੋ ਤੁਸੀਂ ਕਿਸ ਚੀਜ਼ ਦੀ ਕਰ ਰਹੇ ਹੋ? ਇਹ ਅੰਤੜੀਆਂ ਦੇ ਜ਼ਹਿਰ ਦੀ ਵੈਕਸੀਨ ਹੁੰਦੀ ਹੈ ਜੀ। ਅੱਛਾ ਇੰਟਰੋਟਾਕਸੀਮੀਆ। ਇਹਦੇ ਨਾਲ ਇਹ ਹੁੰਦਾ ਵੀ ਜਾਨਵਰ ਨੂੰ ਬਾਹਰ ਲੱਗ ਜਾਂਦੀ ਹੈ ਜੀ। ਅੰਤੜੀਆਂ 'ਚ ਜ਼ਹਿਰ ਹੋ ਜਾਂਦਾ ਹੈ। ਅੱਛਾ ਜੀ। ਜਾਨਵਰ ਕਮਜ਼ੋਰ ਹੋ ਜਾਂਦਾ, ਨਾਲ ਟੈਂਪਰੇਚਰ ਹੋ ਜਾਂਦਾ। ਅੱਛਾ ਜੀ। ਔਰ ਉਹਦੇ 'ਚ ਜਾਨਵਰ ਦੀ ਡੈਥ ਵੀ ਹੋ ਸਕਦੀ ਹੈ, ਐਕਸਪਾਇਰ ਵੀ ਹੋ ਸਕਦੀ ਹੈ। ਇਸ ਵਾਸਤੇ ਦੀ ਤਕਰੀਬਨ ਹਰ 2-2.5 ਮਹੀਨੇ ਬਾਅਦ 3 ਮਹੀਨੇ ਬਾਅਦ ਦੀ ਵੈਕਸੀਨ ਆਉਂਦੀ ਹੈ। 2.5 ਤੋਂ 3 ਮਹੀਨੇ ਬਾਅਦ। 3 ਮਹੀਨੇ ਬਾਅਦ, ਹਾਂ। ਇਹ ਕਿਹੜੀ ਚੀਜ਼ ਤੋਂ ਬਚਾਉਂਦੀ ਹੈ ਜੀ? ਇਹ ਅੰਤੜੀਆਂ ਦੇ ਜ਼ਹਿਰ ਦੀ ਵੈਕਸੀਨ ਹੁੰਦੀ ਹੈ। ਅੰਤੜੀਆਂ ਦੇ ਜ਼ਹਿਰ ਦੀ ਵਜ੍ਹਾ ਤੋਂ ਬਾਹਰ ਲੱਗ ਜਾਂਦੀ ਹੈ, ਨਾਲ ਜਾਨਵਰ ਨੂੰ ਟੈਂਪਰੇਚਰ ਵੀ ਹੋ ਜਾਂਦਾ। ਅੱਛਾ ਜੀ। ਔਰ ਉਸੇ ਜ਼ਹਿਰ ਦੀ ਵਜ੍ਹਾ ਤੋਂ ਅਗਰ ਫਾਸੀ ਟੀਕੇ ਨਾ ਲੱਗਣ ਜਾਂ ਬਰ ਵਕਤ ਟ੍ਰੀਟਮੈਂਟ ਨਾ ਹੋਵੇ ਤਾਂ ਫਿਰ ਜਾਨਵਰ ਦੀ ਡੈਥ ਵੀ ਹੋ ਜਾਂਦੀ ਹੈ, ਐਕਸਪਾਇਰ ਵੀ ਹੋ ਜਾਂਦਾ ਜਾਨਵਰ। ਇਹ ਗਵਰਨਮੈਂਟ ਫ੍ਰੀ ਦਿੰਦੀ ਹੈ ਜਾਂ ਇਹਦੇ ਪੈਸੇ? ਗਵਰਨਮੈਂਟ ਫ੍ਰੀ ਦਿੰਦੀ ਹੈ। ਤੁਸੀਂ ਵੀ ਫ੍ਰੀ ਲਾਉਂਦੇ? ਹਾਂਜੀ, ਅਸੀਂ ਫ੍ਰੀ ਲਾਉਂਦੇ। ਅੱਛਾ ਜੀ, ਮਿਹਰਬਾਨੀ ਜੀ। ਔਰ ਡੋਰ ਟੂ ਡੋਰ ਫਿਰ ਕੇ ਲਾਉਂਦੇ ਜੀ, ਇਹਦੇ 'ਚ ਕੋਈ ਸ਼ੱਕ ਨਹੀਂ ਜੀ। ਇਹ ਵੀ ਅੱਲਾਹ ਤਾਲਾ ਦੀ ਰਹਿਮਤ ਹੈ ਜੀ। ਗਵਰਨਮੈਂਟ ਦੀ ਪਾਲਿਸੀ ਤਾਂ ਪੂਰੇ ਮੁਲਕ ਲਈ ਹੁੰਦੀ ਹੈ, ਲੇਕਿਨ ਅੱਗੇ ਜਿਹੜਾ ਅਮਲਾ ਹੁੰਦਾ ਨਾ ਉਹਦੇ 'ਤੇ ਬਹੁਤ ਮੁਨਸਰ ਹੁੰਦਾ। ਤੇ ਇਸ ਮਤਲਬ ਸਿਲਸਿਲੇ ਦੇ ਵਿੱਚ ਅਸੀਂ ਯੂਨੀਅਨ ਕੌਂਸਲ ਝੰਡਿਆਂ ਵਾਲੀ ਦੇ ਲੋਕ ਖੁਸ਼ਕਿਸਮਤ ਆ ਕਿ ਸਾਡਾ ਜਿਹੜਾ ਲਾਈਵ ਸਟਾਕ ਦਾ ਅਮਲਾ ਨਾ ਜੀ ਬਰ ਵਕਤ ਆਉਂਦਾ ਹੈ ਤੇ ਅਸੀਂ ਸ਼ੁਕਰਗੁਜ਼ਾਰ ਹਾਂ। ਅੱਛਾ ਜੀ, ਇਹਦੇ ਤੋਂ ਇਲਾਵਾ ਬੱਕਰੀਆਂ ਨੂੰ ਕਾਹਦੀ ਵੈਕਸੀਨ ਲੱਗਦੀ ਹੈ? ਇਸ ਤੋਂ ਇਲਾਵਾ ਪਲੋਰੋ ਨਮੂਨੀਆ ਦੀ ਲੱਗਦੀ ਹੈ। ਹਾਂਜੀ। CCP ਅਸੀਂ ਉਹਨੂੰ ਕਹਿੰਦੇ ਆ। ਜੀ। PPR ਵੈਕਸੀਨ ਲੱਗਦੀ ਹੈ। ਅੱਛਾ ਜੀ। ਇਹ 2-3 ਕਿਸਮ ਦੀਆਂ ਵੈਕਸੀਨਾਂ ਜਿਹੜੀਆਂ ਨੇ ਬੱਕਰੀਆਂ ਨੂੰ ਲੱਗਦੀਆਂ। ਇਹ ਵੈਕਸੀਨਾਂ ਲਵਾਉਂਦੇ ਰਹੀਏ ਤੇ ਫਿਰ ਕਾਫੀ ਹੱਦ ਤੱਕ ਜਾਨਵਰ ਕਾਫੀ ਹੱਦ ਤੱਕ ਮਹਿਫੂਜ਼ ਰਹਿੰਦਾ। ਕੂਵਤ ਮੁਦਾਫਤ ਜਾਨਵਰ ਬਿਮਾਰੀਆਂ ਦੇ ਖਿਲਾਫ ਜਿਹੜੀ ਪੈਦਾ ਹੋ ਜਾਂਦੀ ਹੈ। ਵੈਕਸੀਨ ਦਾ ਮਕਸਦ ਇਹ ਹੁੰਦਾ ਨਾ ਜੀ, ਬਿਮਾਰੀ ਦੇ ਖਿਲਾਫ ਕੂਵਤ ਮੁਦਾਫਤ ਪੈਦਾ ਕਰਨਾ। ਠੀਕ ਹੈ ਜੀ। ਹਾਂਜੀ, ਉਹ ਫਿਰ ਜਾਨਵਰ ਦੀ ਕੂਵਤ ਮੁਦਾਫਤ ਪੈਦਾ ਹੋ ਜਾਂਦੀ, ਜਾਨਵਰ ਬਿਮਾਰੀ ਤੋਂ ਫਿਰ ਮਹਿਫੂਜ਼ ਰਹਿੰਦਾ। ਇਹਦੇ ਤੋਂ ਇਲਾਵਾ ਜਿਹੜਾ ਹੁੰਦਾ ਕੋਈ ਡਿਵਰਮਿੰਗ ਵਗੈਰਾ ਉਹਦੀ ਵੀ ਦਵਾਈ ਦਿੰਦੇ? ਡਿਵਰਮਿੰਗ ਵੀ ਹਰ 3 ਮਹੀਨੇ ਬਾਅਦ ਜਾਨਵਰ ਦੀ ਡਿਵਰਮਿੰਗ ਕਰਦੇ ਰਹਿਣਾ ਚਾਹੀਦਾ। ਹਾਂਜੀ। ਕਿਉਂਕਿ ਅਗਰ ਜਾਨਵਰ ਦੇ ਪੇਟ 'ਚ ਕੀੜੇ ਹੋ ਜਾਣ, ਜਿਗਰ 'ਚ ਹੋ ਜਾਣ ਤੇ ਉਸ ਨਾਲ ਵੀ ਜਾਨਵਰ ਜਿਹੜਾ ਉਹ ਕਮਜ਼ੋਰ ਹੋ ਜਾਂਦਾ, ਪ੍ਰੋਡਕਸ਼ਨ ਘਟ ਜਾਂਦੀ ਹੈ। ਜਿੰਨੀ ਸਾਲ 'ਚ 4 ਦਫਾ ਡਿਵਰਮਿੰਗ ਕਰਨੀ ਚਾਹੀਦੀ ਹੈ? ਸਾਲ 4 ਵਾਰ, ਹਰ 3 ਮਹੀਨੇ ਬਾਅਦ। ਠੀਕ ਹੈ ਜੀ। ਤੇ ਉਹ ਡਿਵਰਮਿੰਗ ਦੀ ਜਿਹੜੀ ਦਵਾਈ ਹੈ ਉਹ ਅਸੀਂ ਬਾਜ਼ਾਰੋਂ ਲਿਆ ਕਰੀਏ ਜਾਂ ਉਹ ਵੀ ਤੁਸੀਂ ਦਿੰਦੇ ਜੀ? ਅਸੀਂ ਉੱਥੇ ਦਿੰਦੇ ਹਾਂ। ਅੱਛਾ। ਹਾਂ, ਸਾਡੇ ਕੋਲ ਡਿਸਪੈਂਸਰੀ ਜਿਹੜਾ ਬੰਦਾ ਆਉਂਦਾ CVD ਤੇ ਆਉਂਦਾ, ਅਸੀਂ ਉਹਨੂੰ ਪਰਚੀ ਫੀਸ ਲੈ ਕੇ ਉਹਦੀ ਦਵਾਈ ਦਿੰਦੇ ਹਾਂ। ਠੀਕ ਹੋ ਗਏ। ਬੱਕਰੀਆਂ ਦੀ ਦਿੰਦੇ ਹਾਂ, ਮੁਰਗੀਆਂ ਦੀ ਦਿੰਦੇ ਹਾਂ, ਜਾਨਵਰਾਂ ਦੀ, ਵੱਡਿਆਂ ਜਾਨਵਰਾਂ ਦੀ ਦਿੰਦੇ ਹਾਂ। ਮੁਰਗੀਆਂ ਦੀ ਕਿਹੜੀ ਸ਼ਾਇਦ ਦੀ ਦਿੰਦੇ ਆ? ਮੁਰਗੀਆਂ ਦੀ ਡਿਵਰਮਿੰਗ ਮਿਲ ਜਾਂਦੀ। ਜਿਹੜੀ ਡਿਵਰਮਿੰਗ ਹੁੰਦੀ ਹੈ ਉਹਦੇ ਤੋਂ ਇਲਾਵਾ ਇਹ ਅੱਜ ਤੁਹਾਡਾ ਨਾਲ ਦੇ ਮਲਕ ਯਕੂਬ ਸਾਹਿਬ ਆ ਕੁਝ ਅਸੀਂ 2 ਵੈਕਸੀਨਾਂ ਕਰ ਰਹੇ ਹਾਂ ਨਾ ਜੀ। ਬੱਕਰੀਆਂ ਦੀ ਕਰ ਰਹੇ ਸਾਂ ਇੰਟਰੋਟਾਕਸੀਮੀਆ ਦੀ, ਤੇ ਨਾਲ ਮੁਰਗੀਆਂ ਦੀ ਜਿਹੜੀ ਵੈਕਸੀਨ ਪਲਾਣ ਵਾਲੀ ਹੁੰਦੀ ਸਾਡੇ ਕੋਲ ਪੁਰਾਣੀ ਖੇਤ ਦੀ ਨਾ, VNDL ਉਹਨੂੰ ਅਸੀਂ ਕਹਿੰਦੇ ਲਸੋਟਾ ਦੀ। ਅੱਛਾ। ਪੁਰਾਣੀ ਖੇਤ ਲਸੋਟਾ ਦੀ ਇਹ ਪਿਆਣ ਵਾਲਾ ਵੈਕਸੀਨ ਹੁੰਦੀ। ਅਸੀਂ 2 ਵੈਕਸੀਨਾਂ ਦੇ ਰਹੇ ਸੀ, ਮੁਰਗੀਆਂ ਦੀ ਵੀ ਨਾਲ ਦੇ ਰਹੇ ਹਾਂ ਲੋਕਾਂ ਨੂੰ ਪਿਆਣ ਵਾਸਤੇ, ਤੇ ਨਾਲ ਬੱਕਰੀਆਂ ਨੂੰ ਟੀਕੇ ਲਾ ਰਹੇ ਸੀ। ਹੋਰ ਬੱਕਰੀਆਂ ਦੇ ਨਾਲ ਅਮੂਮਨ ਕਿਹੜੀਆਂ ਬਿਮਾਰੀਆਂ ਆਉਂਦੀਆਂ, ਉਹਨਾਂ ਦੀ ਕੀ ਹਿਫਾਜ਼ਤ ਕਰਨੀ ਚਾਹੀਦੀ ਹੈ? ਬੱਕਰੀਆਂ ਨੂੰ ਬਸ ਇਹੀ ਬਿਮਾਰੀ ਹੁੰਦੀ ਨੇ, ਇੰਟਰੋਟਾਕਸੀਮੀਆ ਹੁੰਦੀ ਹੈ, ਅੰਤੜੀਆਂ ਦੇ ਜ਼ਹਿਰ ਦੀ ਬਿਮਾਰੀ ਹੁੰਦੀ ਹੈ। ਨਮੂਨੀਆ ਇਹਨਾਂ ਨੂੰ ਹੋ ਜਾਂਦਾ, ਪਲੋਰੋ ਨਮੂਨੀਆ ਅਸੀਂ ਉਹਨਾਂ ਨੂੰ ਕਹਿੰਦੇ ਹਾਂ। ਉਹਦੇ ਵਿੱਚ ਜ਼ੁਕਾਮ ਲੱਗ ਜਾਂਦਾ, ਖਾਂਸੀ ਲੱਗ ਜਾਂਦੀ ਹੈ। ਉਹਦੇ 'ਚ ਵੀ ਡਾਇਰੀਆ ਲੱਗ ਜਾਂਦਾ, ਨਾਲ ਟੈਂਪਰੇਚਰ ਹੋ ਜਾਂਦਾ। ਉਹਦੇ 'ਚ ਵੀ ਇਸ ਤਰ੍ਹਾਂ ਇੱਕ ਬਿਮਾਰੀ ਮੂੰਹ 'ਚ ਹੋ ਜਾਂਦੀ। ਅੱਛਾ ਡਾਕਟਰ ਸਾਹਿਬ, ਇਹ ਤਾਂ ਹੋ ਗਈ ਨਾ ਜੀ ਜਿਹੜੀ ਮਹਿਕਮਾ ਕਰਦਾ ਕਿ ਬਰ ਵਕਤ ਵੈਕਸੀਨ ਆਉਂਦਾ ਉਹ ਫ੍ਰੀ ਦਿੰਦਾ, ਡਿਵਰਮਿੰਗ ਦੀਆਂ ਦਵਾਈਆਂ ਫ੍ਰੀ ਦਿੰਦਾ, ਤੁਹਾਡੀਆਂ ਖਿਦਮਾਤ ਮਹਿਕਮਾ ਫ੍ਰੀ ਦਿੰਦਾ, ਤੇ ਜਿਹੜੇ ਫਾਰਮਰ ਆ ਜਿਨ੍ਹਾਂ ਨੇ ਰੱਖੀਆਂ ਭੇਡਾਂ ਬੱਕਰੀਆਂ ਉਹਨਾਂ ਦੀਆਂ ਵੀ ਕੁਝ ਜ਼ਿੰਮੇਵਾਰੀਆਂ ਹੋਣਗੀਆਂ? ਹਾਂਜੀ, ਉਹਨਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਉਹਨਾਂ ਨੂੰ ਆਪਣਾ ਬੱਕਰੀਆਂ ਦੀ ਜਿਹੜਾ ਵਾੜਾ ਹੈ ਨਾ ਉਹਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ। ਅੱਛਾ ਜੀ। ਤੇ ਬੱਕਰੀਆਂ ਦੀ ਖਿਆਲ ਰੱਖਣਾ ਚਾਹੀਦਾ ਵੀ ਉਹਨੂੰ ਚਿੱਚੜ ਨਾ ਪੈਣ। ਹਾਂਜੀ। ਉਹ ਚਿੱਚੜਾਂ ਦਾ ਕਿੱਦਾਂ ਖਿਆਲ ਰੱਖੀਏ ਜੀ ਅਸੀਂ? ਚਿੱਚੜਾਂ ਦੀ ਸਪਰੇਅ ਮਿਲ ਜਾਂਦੀ ਉੱਥੋਂ, ਡਿਸਪੈਂਸਰੀ ਹਸਪਤਾਲੋਂ ਚਿੱਚੜਾਂ ਦੀ ਸਪਰੇਅ ਮਿਲ ਜਾਂਦੀ। ਅੱਛਾ। ਜਾਨਵਰ ਤੁਸੀਂ ਸਪਰੇਅ ਕਰ ਸਕਦੇ ਹੋ, ਤੁਸੀਂ ਆਪਣੇ ਵਾੜੇ 'ਚ ਸਪਰੇਅ ਕਰ ਸਕਦੇ ਹੋ। ਉਹ ਕਿੰਨੇ ਚਿਰ ਬਾਅਦ ਕਰਨੀ ਚਾਹੀਦੀ ਹੈ? ਉਹ 15-20 ਦਿਨ ਬਾਅਦ ਕਰ ਲਓ, ਮਹੀਨੇ ਬਾਅਦ ਕਰ ਲਓ ਤੁਸੀਂ। ਜਦੋਂ ਸਮਝੋ 15-20 ਦਿਨ ਤੋਂ ਬਾਅਦ ਫਿਰ ਦੁਬਾਰਾ ਚਿੱਚੜ ਪੈਣੇ, ਇੱਕ ਵਾਰੀ ਤੁਸੀਂ ਸਪਰੇਅ ਕਰ ਲਓ, 8-10 ਦਿਨਾਂ ਬਾਅਦ ਫਿਰ ਦੁਬਾਰਾ ਚਿੱਚੜ ਪੈਣੇ ਸ਼ੁਰੂ ਹੋ ਜਾਂਦੇ ਨੇ। ਇਸ ਤਰ੍ਹਾਂ ਕੋਈ 10-12 ਦਿਨਾਂ ਬਾਅਦ ਤੁਸੀਂ 2-4 ਵਾਰੀ ਕਰੋ ਤਾਂ ਫਿਰ ਐਸਾ ਚਿੱਚੜਾਂ ਤੋਂ ਕਾਫੀ ਹੱਦ ਤੱਕ ਜਿਹੜੀ ਹੈ ਨਾ ਉਹ ਛੁਟਕਾਰਾ ਮਿਲ ਜਾਂਦਾ। ਉਹ ਜਿਹੜੀ ਉਹ ਜ਼ਹਿਰ ਹੁੰਦੀ ਚਿੱਚੜ ਮਾਰਦੀ, ਜਾਨਵਰਾਂ ਨੂੰ ਤਾਂ ਨਹੀਂ ਨੁਕਸਾਨ ਦਿੰਦੀ? ਨਹੀਂ, ਉਸ ਤਰ੍ਹਾਂ ਦੀ ਬਣਾਈ ਜਾਂਦੀ। ਪਾਣੀ ਇਸ ਮਕਦਾਰ ਨਾਲ ਮਿਲਾਇਆ ਜਾਂਦਾ ਵੀ ਵੱਡੇ ਜਾਨਵਰ ਨੂੰ ਫਿਰ ਉਹ ਨੁਕਸਾਨ ਉਹਦਾ ਨਹੀਂ ਹੁੰਦਾ, ਘੱਟ ਹੁੰਦਾ। ਕੋਈ ਟੀਕੇ ਵੀ ਹੁੰਦੇ ਆ ਚਿੱਚੜਾਂ ਦੇ? ਚਿੱਚੜਾਂ ਦੇ ਟੀਕੇ ਵੀ ਮਿਲ ਜਾਂਦੇ। ਅੱਛਾ। ਉਹ ਟੀਕਾ ਤਾਂ ਫਿਰ ਜਾਨਵਰ ਨੂੰ ਲਾਇਆ ਜਾਂਦਾ, ਤੇ ਸਪਰੇਅ ਤੇ ਨਹੀਂ। ਸਪਰੇਅ ਤਾਂ ਵਾੜੇ 'ਚ ਤੇ ਜਾਨਵਰ ਦੇ ਉੱਤੇ ਕੀਤੀ ਜਾਂਦੀ ਹੈ। ਤੇ ਉਹ ਟੀਕਾ ਜਿਹੜਾ ਜੇ ਲਾਉਂਦੇ ਆ ਖੱਲ ਦੇ ਵਿੱਚ, ਉਹ ਜਿਲਦ ਦੇ ਉਤਲੀ 'ਚ, ਤੇ ਉਹ ਟੀਕਾ ਜਿਹੜਾ ਆ ਉਹਦੀ ਕੋਈ ਅਹਤਿਆਤਾਂ ਵੀ ਹੁੰਦੀਆਂ? ਕਹਿੰਦੇ ਕਿ ਗੱਭਣ ਜਾਨਵਰ ਨੂੰ ਨਾ ਦਿਓ, ਬੱਚਿਆਂ ਨੂੰ ਨਾ ਲਾਓ। ਉਸ ਲਈ ਤੂੰ ਹਮਲਾ ਜਾਨਵਰ ਨੂੰ ਲਾਉਣ ਤੋਂ ਥੋੜਾ ਗਰੇਜ਼ ਹੀ ਕਰਨਾ ਚਾਹੀਦਾ ਜੀ।
ਤੇ ਜੇ ਲਾਣਾ ਹੀ ਹੋਵੇ ਤੇ ਪਹਿਲੇ 2 ਮਹੀਨੇ ਜਾਂ ਆਖਰੀ 2 ਮਹੀਨੇ ਨਹੀਂ ਲੱਗਦਾ। ਆਖਰੀ 2 ਮਹੀਨੇ ਤੇ ਫਿਰ ਦਰਮਿਆਨ ਵਾਲਾ ਪੀਰੀਅਡ ਜਿਹੜਾ ਤੁਸੀਂ ਪਿੱਛੇ ਤੇ 1 ਮਹੀਨੇ ਰਹਿ ਗਿਆ, 5 ਮਹੀਨੇ ਬਾਅਦ ਤਾਂ ਬੱਕਰੀ ਦਰਮਿਆਨ ਉਦਾਂ ਵਾਲਾ ਹੀ ਪੀਰੀਅਡ ਜਿਹੜਾ ਤੁਸੀਂ ਲਾ ਸਕਦੇ ਹੋ, ਵੱਡੇ ਜਾਨਵਰ ਨੂੰ ਜਾਂ ਛੋਟੇ ਨੂੰ ਤੇ ਤੁਸੀਂ ਫਿਰ ਲਾ ਸਕਦੇ ਬਿਹਤਰ ਇਹ ਸਪਰੇਅ ਕਰ ਲਿਆ ਹੋ। ਕਰੀ, ਬਿਹਤਰ ਇਹ ਸਪਰੇਅ ਕਰੋ। ਨਹੀਂ ਚੀਚੜਾਂ ਵਾਲਾ ਟੀਕਾ ਜਿਹੜਾ ਉਹਦਾ ਵੀ ਬੜਾ ਫਾਇਦਾ, ਉਹਦੇ ਨਾਲ ਪੇਟ ਦੇ ਕੀੜੇ ਵੀ ਮਰ ਜਾਂਦੇ ਨੇ, ਪੇਟ ਦੇ ਕੀੜੇ ਵੀ ਮਰ ਜਾਂਦੇ, ਚੀਚੜ ਵੀ ਮਰ ਜਾਂਦੇ ਨੇ, ਜੂਆਂ ਵੀ ਮਰ ਜਾਂਦੇ ਨੇ, ਫਾਇਦਾ ਉਹਦਾ ਵੀ ਬੜਾ। ਉਹਦੇ ਨਾਲ ਜ਼ਿਆਦਾ ਜਾਨਵਰ ਜਿਹੜਾ ਨਾ ਉਹ ਯਾਨੀ ਉਹ ਇਫੈਕਟਿਵ ਜ਼ਿਆਦਾ ਆ। ਹਾਂ, ਉਹ ਤੇ ਮੁਨਾਫਾ ਜ਼ਿਆਦਾ ਪੈਦਾ ਹੁੰਦੀ ਹੈ। ਉਹਦੇ ਨਾਲ ਜਾਨਵਰ ਦਾ ਖੂਨ ਟੀਕਾ ਲਾਇਆ ਜਾਨਵਰ ਦਾ ਖੂਨ ਬਚਦਾ, ਮੁਲਾਪ ਵੀ ਮਰਦੇ ਨੇ, ਚਿੱਚੜ ਵੀ ਮਰਦੇ ਨੇ। ਉਹ ਜਾਨਵਰ ਦੀ ਫਿਰ ਪ੍ਰੋਡਕਸ਼ਨ ਵੱਧ ਜਾਂਦੀ ਹੈ। ਠੀਕ ਹੈ ਜੀ। ਹਾਂਜੀ, ਜਾਨਵਰ ਦਾ ਦੁੱਧ ਵੀ ਵੱਧ ਜਾਂਦਾ ਹੈ ਔਰ ਬਾਕੀ ਜਿਹੜੀ ਪੈਦਾਵਾਰ ਉਹਦੀ ਉਹ ਵੀ ਵੱਧ ਜਾਂਦੀ ਹੈ। ਯਾਨੀ ਤੁਸੀਂ ਇਹ ਕਿਹਾ ਬਾੜੇ ਸਾਫ਼ ਰੱਖੋ, ਵਾੜੇ ਸਾਫ਼ ਰੱਖੋ, ਉਹਦੇ ਵਿੱਚ ਪਾਣੀ ਛਾਣੀ ਜਿਹੜਾ ਬੱਕਰੀਆਂ ਵਾਸਤੇ ਪਾਣੀ ਛਾਣੀ ਦਾ ਕੋਈ ਸਿਸਟਮ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਵੀ ਜਾਨਵਰ ਪਾਣੀ ਪੀਂਦੇ ਰਹਿਣ। ਜਦੋਂ ਮਰਜ਼ੀ ਪੀਵੇ, ਜਦੋਂ ਮਰਜ਼ੀ ਟੱਬਾਂ ਦੇ ਵਿੱਚ ਭਰ ਰੱਖ ਜਾਨਵਰ ਦਿਓ, ਪਾਣੀ ਪੀਓ, ਟੱਪ 'ਚ ਭਰ ਕੇ ਦੇ ਲਓ ਜਾਂ ਕੋਈ ਖੁਰਲੀ ਸ਼ੁਰੀ ਬਣਾ ਖੁਰਲੀ ਲਓ। ਬਣਾ ਲਓ ਉਸ ਤੋਂ ਬਾਅਦ ਫਿਰ ਉਹਨੂੰ ਮਸਾਲਾ ਦੇਣਾ ਚਾਹੀਦਾ ਟਾਈਮ ਨਾਲ। ਉਹਨਾਂ ਦੀ ਖੁਰਲੀਆਂ 'ਚ ਕੋਈ ਮਸਾਲਾ ਰੱਖ ਲਓ, ਜੀ। ਕੇਲਾ ਛੇਲਾ ਰੱਖ ਲਓ ਜਾਂ ਉਹਨਾਂ ਨੂੰ ਮਸਾਲਾ ਦਿਓ। ਜੀ। ਇਸ ਤਰ੍ਹਾਂ ਦੀ ਕੋਈ ਜਿਹੜੀ ਤਦਬੀਰ ਹੈ ਤੇ ਫਿਰ ਜ਼ਿਮੀਦਾਰ ਨੂੰ ਕਰਨੀ ਚਾਹੀਦੀ ਹੈ। ਠੀਕ ਹੈ ਜੀ। ਚਲੋ ਜੀ, ਇਹ ਤਾਂ ਹੋ ਗਈਆਂ ਬੱਕਰੀਆਂ ਦੇ ਹਵਾਲੇ ਨਾਲ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਤਸ਼ਰੀਫ ਲਿਆਏ ਤੇ ਚਲੋ ਨਾਲ ਸਾਨੂੰ ਵੀ ਮੁਫੀਦ ਗੱਲਾਂ ਦਿੱਤੀਆਂ ਤੇ ਅਸੀਂ ਇਹ ਦੋਸਤਾਂ ਨਾਲ ਵੀ ਸ਼ੇਅਰ ਕਰਾਂਗੇ, ਫਾਰਮਰਾਂ ਨਾਲ। ਤੇ ਮਜ਼ੀਦ ਕੋਈ ਗੱਲਾਂ ਹੋਈਆਂ, ਕੋਈ ਸਵਾਲ ਹੋਏ ਤੇ ਫਿਰ ਤੁਹਾਡੇ ਕੋਲ ਹਾਜ਼ਰ ਹੋਵਾਂਗੇ। ਉਮੀਦ ਆ ਫਿਰ ਵੀ ਤੁਸੀਂ ਸਾਨੂੰ ਟਾਈਮ ਦੇਵੋਗੇ। ਬਹੁਤ ਬਹੁਤ ਸ਼ੁਕਰੀਆ ਜੀ। ਮਹਿਕਮਾ ਲਾਈਵ ਸਟਾਕ ਜ਼ਿੰਦਾਬਾਦ, ਮਿਹਰਬਾਨੀ, ਸਾਡੇ ਡਾਕਟਰ ਸਾਹਿਬਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਮਿਹਰਬਾਨੀ।